एन ऑर्गेनिक कंपाउंड स्टेटमेंट है इन empirical formula ਲਈ an organic compound on analysis gave the following percentage composition C 57.8, C means carbon, H hydrogen 3.6%, and the rest is oxygen. Rest is oxygen. The vapor density of the compound was found to be 83. Find out the molecular formula of the compound. ठीक है, ਜਦੋਂ ਵੀ ਤੁਸੀਂ ਮੋਲੀਕੂਲਰ ਫਾਰਮੂਲਾ ਫਾਈਂਡ ਕਰਨਾ ਹੈ ਤਾਂ ਯੂ ਨੀਡ ਟੂ ਫਾਈਂਡ ਐਮਪੀਰੀਕਲ ਫਾਰਮੂਲਾ ਫਸਟ। ਠੀਕ ਹੈ, ਤਾਂ ਐਮਪੀਰੀਕਲ ਫਾਰਮੂਲਾ ਤੁਹਾਨੂੰ ਫਾਈਂਡ ਕਰਨਾ ਪੈਂਦਾ ਹੈ। ਹੁਣ ਦੇਖੋ ਆਰਗੈਨਿਕ ਕੰਪਾਊਂਡ ਹੈ ਜਿਹਦੇ 'ਚ ਫੋਲੋਇੰਗ ਕੰਪੋਜੀਸ਼ਨ ਹੈ। ਕੰਪੋਜੀਸ਼ਨ ਆਈ ਟੋਲਡ ਯੂ ਕਿ ਅਬਾਊਟ ਵਟ ਕੰਪੋਜੀਸ਼ਨ ਇਜ਼ ਸਮਥਿੰਗ ਬਾਈ ਵਿਚ ਸਮਥਿੰਗ ਇਜ਼ ਮੇਡ ਅਪ ਆਫ। ਲਾਈਕ ਇਹ ਪੇਪਰ ਹੈ, ਪੇਪਰ ਵੁੱਡ ਤੋਂ ਬਣਦਾ। ਠੀਕ ਹੈ, ਵੀ ਨੋ ਦੈਟ ਇਜ਼ ਦ ਕੰਪੋਜੀਸ਼ਨ ਇਟਸ। ठीक है, अगर अपने को पेन है इट इज़ मेड अप ऑफ प्लास्टिक, तो प्लास्टिक यदि कंपोजिशन है। ठीक है, तो कंपोजिशन आई थिंक तुम समझ आ गया ना। तो यदि कंपोजिशन कार्बन हाइड्रोजन तो रेस्ट इज ऑक्सीजन, मीनस देयर आर 3 एलीमेंट्स कार्बन हाइड्रोजन एंड ऑक्सीजन। वेपर डेंसिटी ऑफ द कंपाउंड ਇਹਦੇ 'ਚ वेपर डेंसिटी गिवन एंड आई टोल्ड यू कि इफ वेपर डेंसिटी इज देयर देन द फॉर्मूला इज वेपर डेंसिटी इनटू 2 मॉलिक्यूलर मास। ठीक है, फाइंड आउट द मॉलिक्यूलर फॉर्मूला। ठीक है, सो लेट्स स्टार्ट बाय मेकिंग टेबल। दिस इज़ द बेस्ट थिंग कि ਉਹਦੇ ਨਾਲ ਜ਼ਿਆਦਾ ਹੌਚ ਪੌਚ ਨਹੀਂ ਹੁੰਦਾ। ਠੀਕ ਹੈ, ਅਦਰਵਾਈਜ਼ ਹੋਰ ਵੀ ਟੀਚਰਸ ਹੈਗੇ ਜਿਹੜੇ ਹੋਰ ਡਿਫਰੈਂਟ ਮੈਥਡਸ ਯੂਜ਼ ਕਰਦੇ ਆ, ਬਟ ਇਹ ਮੈਥਡ ਇਸ ਲਈ ਬੈਸਟ ਹੈਗਾ ਬਿਕੋਜ਼ ਇਹਦੇ ਵਿੱਚ ਹੌਚ ਪੌਚ ਨਹੀਂ ਹੁੰਦੀ ਗੀ। ਠੀਕ ਹੈ, the first is first column you have to make element. Firstly you have to write the elements which you have given with in the question, then their percentage, then their atomic mass, then moles of atoms। और इस ये दोनों ਜਿਹੜੇ ਹੈਗੇ ਆ ਕਾਲਮ ਇੱਧਰ ਉੱਧਰ ਹੋ ਸਕਦੇ ਆ ਬਟ ਇਸ ਤੋਂ ਬਾਅਦ ਇਹੀ ਆਏਗਾ। then mole ratio and then simplest whole number। ठीक है, ਹੁਣ एलिमेंट्स ਕਿਹੜੇ ਕਿਹੜੇ गिवन है देखो, कार्बन है, हाइड्रोजन है, ऑक्सीजन है। परसेंटेज हाइड्रोजन कार्बन ਦੀ कार्बन ਦੇ ਸਾਹਮਣੇ, ਹਾਈਡਰੋਜਨ ਦੀ ਹਾਈਡਰੋਜਨ ਦੇ ਸਾਹਮਣੇ। ਹੁਣ ਆਪਣੇ ਕੋਲੇ ਆਕਸੀਜਨ ਲਈ ਕੀ ਹੈਗਾ, ਬਿਕੋਜ਼ ਵੀ ਆਰ ਨਾਟ ਹੈਵਿੰਗ ਦ ਕੰਪਾਊਂਡ ਕਿ ਵਿਚ ਕੰਪਾਊਂਡ ਵੀ ਆਰ ਗੋਇੰਗ ਟੂ ਕੈਲਕੂਲੇਟ। ਕੰਪਾਊਂਡ ਦਾ ਆਪਣੇ ਕੋਲੇ ਫਾਰਮੂਲਾ ਹੈ ਨਹੀਂ ਗਾ, ਫਾਰਮੂਲਾ ਹੈ ਨਹੀਂ ਤਾਂ ਮੋਲੀਕੂਲਰ ਮਾਸ ਟੋਟਲ ਹੈ ਨਹੀਂ ਗਾ, ਹੈ ਨਾ। ਤਾਂ ਆਕਸੀਜਨ ਦਾ ਫਾਈਂਡ ਕਰਨਾ ਥੋੜ੍ਹਾ ਡਿਫਿਕਲਟ ਹੋਊਗਾ। ਤਾਂ ਆਪਾਂ ਕਿਵੇਂ ਫਾਈਂਡ ਕਰਾਂਗੇ, 100 ਮਾਈਨਸ ਟੋਟਲ ਪਰਸੈਂਟੇਜ ਵੀ ਆਰ ਨੋਇੰਗ 100 ਹੁੰਦੀ ਹੈ 578 प्लस 3.6। इन दोनों एलिमेंट्स की प्लस करके 100 चो माइनस करता एंड इट वुड बी 38.6। एटॉमिक मास कार्बन का 12, हाइड्रोजन का 1, ऑक्सीजन का 16। ठीक है, 16 राउंड तां कीता क्योंकि इधर मिक्स ना हो जाए। उस तो बाद तुसी मोल्स ऑफ एटम्स कैलकुलेट करने होंदे आ, दैट इज़ परसेंटेज बाय ਅਟੋਮਿਕ ਮਾਸ। ਪਰਸੈਂਟੇਜ ਨੂੰ ਡਿਵਾਈਡ ਕਰਨਾ ਹੁੰਦਾ ਅਟੋਮਿਕ ਮਾਸ ਦੇ ਨਾਲ। ਠੀਕ ਹੈ, ਮੋਲਸ ਆਫ ਐਟਮਸ ਹੁੰਦੇ ਆ, ਨੰਬਰ ਆਫ ਮੋਲਸ ਆਪਾਂ ਕੱਢੇ ਸੀਗੇ, ਨੰਬਰ ਆਫ ਮੋਲਸ ਵੀ ਹੈਵ ਕੈਲਕੂਲੇਟਡ ਗਿਵਨ ਮਾਸ ਬਾਏ, ਅਤੇ ਇਹ ਮੋਲਸ ਆਫ ਐਟਮਸ ਆ ਅਤੇ ਇਹ ਪਰਸੈਂਟੇਜ ਬਾਏ ਅਟੋਮਿਕ ਮਾਸ ਹੈ। ਉੱਥੇ ਗਿਵਨ ਮਾਸ ਬਾਏ ਅਟੋਮਿਕ ਮਾਸ ਹੁੰਦਾ ਅਤੇ ਇੱਥੇ ਪਰਸੈਂਟੇਜ ਬਾਏ ਆ, ਇਹ ਮੋਲਸ ਆਫ ਐਟਮਸ ਆ। ਇਸ ਤਰ੍ਹਾਂ ਨਿਕਲਦੇ ਆ ਇਹ, ਇਹਨਾਂ ਦਾ ਫਾਰਮੂਲਾ ਇਹ। ਠੀਕ ਹੈ, the 57.8 divided by 12 it comes out to be 4.82, 3.6 by 1 it would be 3.6, 38.6 by 16 it would be 2.41।
ਨੈਕਸਟ ਇਜ਼ ਮੋਲ ਰੇਸ਼ੀਓ। ਮੋਲ ਰੇਸ਼ੀਓ ਕੈਲਕੂਲੇਟ ਕਰਨ ਦੇ ਲਈ ਕੀ ਹੈ ਕਿ ਯੂ ਨੀਡ ਟੂ ਚੈੱਕ ਵਿਚ ਇਜ਼ ਦਾ ਸਮੋਲੈਸਟ ਅਮੰਗ ਦੀਜ਼ ਆਲ। ਠੀਕ ਹੈ, ਤੁਸੀਂ ਮੋਲਸ ਆਫ ਐਟਮਸ ਦੇਖਣੇ ਆ ਤੁਹਾਡੇ ਕੋਲੇ, ਜਿੰਨੇ ਵੀ ਹੋਣਗੇ, 1 ਹੋਣ, 2 ਹੋਣਗੇ, 4 ਹੋਣਗੇ, ਜਿੰਨੇ ਵੀ ਹੋਣਗੇ, ਇਹਨਾਂ ਸਾਰਿਆਂ ਦੇ ਵਿੱਚੋਂ ਯੂ ਨੀਡ ਟੂ ਫਾਈਂਡ ਵਿਚ ਇਜ਼ ਦਾ ਸਮੋਲੈਸਟ ਵਨ। ਠੀਕ ਹੈ, ਸਮੋਲੈਸਟ ਵਨ ਨੂੰ ਤੁਸੀਂ ਕੀ ਕਰਨਾ ਹੋਊਗਾ, ਆਪਦੇ ਆਪ ਨਾਲ ਡਿਵਾਈਡ ਉਹਦੇ ਨਾਲ ਅਤੇ ਬਾਕੀਆਂ ਨਾਲ ਡਿਵਾਈਡ। ਆਊਟ ਆਫ ਦੀਜ਼ ਟੂ ਦਿਸ ਵਨ ਇਜ਼ ਦਾ ਸਮੋਲੈਸਟ ਵਨ, ਥਰਡ ਵਨ, ਇਹ ਸਮੋਲੈਸਟ ਹੈ ਤਾਂ ਇਹਦੇ ਨਾਲ ਬਾਕੀਆਂ ਨੂੰ ਵੀ ਡਿਵਾਈਡ ਕਰਨਾ ਅਤੇ ਇਟ ਸੈਲਫ ਵੀ ਡਿਵਾਈਡ ਹੋਊਗਾ। 2.41 ਇਟ ਕਮਸ ਆਊਟ ਟੂ ਬੀ 2, 3.60 ਕਰ ਲਓ, 2.41 ਇਟ ਇਜ਼ 1.49 that is approximately 1.5, then 2.41 by 2.41 it is equals to 1. Next comes to simplest whole number. ठीक है, simplest whole number ratio कि ਜਿਹੜੇ ਆਪਣੇ ਕੋਲ ਇੱਥੇ ਪੁਆਇੰਟਾਂ 'ਚ ਆਏ ਆ ਐਟਮਸ, ਸੌਰੀ ਮੋਲ ਰੇਸ਼ੀਓ, ਇਹਨੂੰ ਤੁਸੀਂ ਨੀਅਰ ਬਾਏ ਹੋਲ ਨੰਬਰ ਲਿਖਣਾ ਹੁੰਦਾ। ਠੀਕ ਹੈ, ਨੀਅਰ ਬਾਏ ਲਿਖਣਾ ਹੁੰਦਾ, ਹੋਲ ਨੰਬਰ ਲਿਖਣਾ ਹੁੰਦਾ, ਬਣਾਉਣਾ ਹੁੰਦਾ ਖੁਦ ਕੋਲੋਂ। ਦੇਖੋ ਇੱਥੇ ਤਾਂ ਹੋਲ ਨੰਬਰ 2 ਹੈਗਾ ਹੀ ਹੈ, ਇੱਥੇ ਕਿੰਨਾ ਆਪਣੇ ਕੋਲੇ 1.5, ਇੱਥੇ 1 ਹੈ। ਹੁਣ ਜਿਹੜਾ ਨੰਬਰ ਲਾਈਨ 'ਤੇ ਦੇਖੋ 1.5 ਹੈ, 1.5 ਕੀ ਹੈ, ਇਹਨੂੰ ਨਾ ਹੀ ਤਾਂ ਤੁਸੀਂ 1 ਲਿਖ ਸਕਦੇ ਹੋ, ਨਾ ਹੀ ਤੁਸੀਂ ਇਹਨੂੰ ਕੀ ਲਿਖ ਸਕਦੇ ਹੋ, 2 ਲਿਖ ਸਕਦੇ ਹੋ। ਠੀਕ ਹੈ, ਜੇ ਇਹ ਆਪਣੇ ਕੋਲੇ 1.3 ਹੁੰਦਾ ਜਾਂ 1.2 ਹੁੰਦਾ, 1.2 ਨੂੰ ਆਪਾਂ ਕਿੰਨਾ ਲਿਖ ਸਕਦੇ ਸੀ, 1 ਲਿਖ ਸਕਦੇ ਸੀ, ਕਿਉਂਕਿ 1 ਦੇ ਨੇੜੇ ਆ। ਜਿਹੜੇ ਵੀ ਇੰਟੀਜਰ ਦੇ ਉਹ ਨੇੜੇ ਹੋਊਗਾ, ਹੋਲ ਨੰਬਰ ਦੇ ਨੇੜੇ ਹੋਊਗੀ ਇਹ ਚੀਜ਼ ਪਰਸੈਂਟੇਜ ਪੁਆਇੰਟ ਵਾਲੀ, ਉਹੀ ਇੰਟੀਜਰ ਤੁਸੀਂ ਲਿਖਣਾ ਹੋਊਗਾ। ਠੀਕ ਹੈ, ਅਤੇ ਇਹ ਤੁਹਾਨੂੰ ਆਪਣੇ ਆਪ ਗੈਸ ਹੋ ਜਾਂਦਾ ਜਦੋਂ ਤੁਹਾਨੂੰ ਕੁਐਸਚਨ ਤੁਸੀਂ ਸੋਲਵ ਕਰਦੇ ਹੋ। ਠੀਕ ਹੈ, ਹੁਣ ਜਦੋਂ 1.5 ਆ ਗਿਆ, ਇਟ ਇਜ਼ ਲਾਈਂਗ ਬਿਟਵੀਨ ਦਾ 2, ਤਾਂ ਇਸ ਕੇਸ 'ਚ, ਇੱਦਾਂ ਦੇ ਕੇਸਿਸ 'ਚ ਕੀ ਕਰਦੇ ਹਾਂ ਆਪਾਂ, ਜਿਹੜੇ ਦੋਨਾਂ ਦੇ ਨੇੜੇ ਨਹੀਂ ਹੁੰਦੇਗੇ। ਠੀਕ ਹੈ, 1.6 ਨਾਲ ਵੀ ਇਹ ਚੀਜ਼ ਹੋਊਗੀ, 1.4 ਨਾਲ ਵੀ ਇੱਦਾਂ ਹੀ ਹੋਊਗਾ, ਹੈ ਨਾ, 0.4 ਨਾਲ ਵੀ ਆਪਾਂ ਕੁਆਇਟ ਈਜ਼ੀ ਨਹੀਂ ਹੁੰਦਾ ਆਪਾਂ ਨੂੰ ਕਿ 1.4 ਨੂੰ ਵੀ ਆਪਾਂ 2 ਲਿਖ ਦਈਏ ਜਾਂ 1 ਲਿਖ ਦਈਏ। ਤਾਂ ਇੱਦਾਂ ਦੇ ਇਸ ਕੇਸ ਨੂੰ ਸੋਲਵ ਕਰਨ ਦੇ ਲਈ ਕੀ ਹੁੰਦਾ ਆਪਣੇ ਕੋਲੇ ਕਿ ਆਪਾਂ ਇਸ ਚੀਜ਼ ਨੂੰ ਉਦੋਂ ਤੱਕ ਮਲਟੀਪਲਾਈ ਕਰਦੇ ਜਾਣਾ ਜਦੋਂ ਤੱਕ ਆਪਣੇ ਕੋਲੇ ਇੰਟੀਜਰ ਨਹੀਂ ਆ ਜਾਂਦਾ। ਲਾਈਕ 1 ਆਪਦੇ ਕੋਲੋਂ 1.5 ਨੂੰ 1 ਨਾਲ ਮਲਟੀਪਲਾਈ ਕੀਤਾ, 1.5, 1.5 ਨੂੰ 2 ਨਾਲ ਮਲਟੀਪਲਾਈ ਕੀਤਾ, 3, ਇੰਟੀਜਰ ਆ ਗਿਆ। ਆਨਸਰ ਆਪਾਂ ਨੂੰ ਹੋਲ ਨੰਬਰ ਚਾਹੀਦਾ, ਹੋਲ ਨੰਬਰ ਆ ਗਿਆ, ਪਰ ਕਿਹਦੇ ਨਾਲ ਮਲਟੀਪਲਾਈ ਕਰਕੇ ਆਇਆ, 2 ਨਾਲ। ਤਾਂ ਜਿਹਨੂੰ ਮਲਟੀਪਲਾਈ ਕਰਕੇ ਇਹਨੂੰ ਹੋਲ ਨੰਬਰ ਆਊਗਾ, ਠੀਕ ਹੈ, ਬਾਕੀਆਂ ਨੂੰ ਵੀ ਉਸੇ ਚੀਜ਼ ਨਾਲ ਮਲਟੀਪਲਾਈ ਕਰਨਾ ਹੈ ਤੁਸੀਂ। ਹੁਣ ਜਿਵੇਂ ਇਹਨੂੰ 2 ਨਾਲ ਮਲਟੀਪਲਾਈ ਕਰਕੇ ਕਿੰਨਾ ਆ ਗਿਆ, 3 ਆ ਗਿਆ, ਅਤੇ ਇਹਨੂੰ ਵੀ ਤੁਸੀਂ 2 ਨਾਲ ਮਲਟੀਪਲਾਈ ਕਰਨਾ, ਇਟ ਵੁੱਡ ਬੀ 2, ਇਹਨੂੰ ਵੀ 2 ਨਾਲ ਮਲਟੀਪਲਾਈ ਕਰਨਾ, ਇਟ ਵੁੱਡ ਬੀ 4। ਠੀਕ ਹੈ, ਤਾਂ ਇਸ ਟੇਬਲ ਤੋਂ, ਹੁਣ ਇਹ ਟੇਬਲ ਆ ਜਿਹੜਾ, ਇਹ ਤੁਹਾਨੂੰ ਐਮਪੀਰੀਕਲ ਫਾਰਮੂਲਾ ਦਿੰਦਾ, ਸਿਰਫ ਅਤੇ ਸਿਰਫ ਕੀ ਦਿੰਦਾ ਤੁਹਾਨੂੰ, ਐਮਪੀਰੀਕਲ ਫਾਰਮੂਲਾ। ਹੁਣ ਫਸਟ ਅਤੇ ਲਾਸਟ ਕਾਲਮ ਦੇਖਣਾ ਤੁਸੀਂ ਸਿਰਫ। ਫਸਟ ਕਾਲਮ ਦੇ ਵਿੱਚ ਦੇਖੋ ਕਾਰਬਨ ਹੈ, ਕਾਰਬਨ ਦੇ ਸਾਹਮਣੇ ਕਿੰਨਾ ਹੈ, 4, ਤਾਂ C4। ਹਾਈਡਰੋਜਨ ਦੇ ਸਾਹਮਣੇ ਕਿੰਨਾ, 3H3। ਆਕਸੀਜਨ ਦੇ ਸਾਹਮਣੇ ਕਿੰਨਾ, 2O2। ਫਸਟ ਅਤੇ ਲਾਸਟ ਕਾਲਮ, ਠੀਕ ਹੈ, ਇਹ ਤੁਹਾਨੂੰ ਦੇਣਗੇ ਐਮਪੀਰੀਕਲ ਫਾਰਮੂਲਾ। ਅਤੇ ਜਿਹੜਾ ਹੁਣ ਇਹ ਚੀਜ਼ ਆਈ ਹੈ ਆਪਣੇ ਕੋਲੇ, ਇਹ ਕੀ ਆ ਗਿਆ, ਐਮਪੀਰੀਕਲ ਫਾਰਮੂਲਾ। ਇਹ ਕੀ ਆ ਗਿਆ ਤੁਹਾਡੇ ਕੋਲੇ, ਐਮਪੀਰੀਕਲ ਫਾਰਮੂਲਾ, ਐਂਡ ਇਟ ਟੈਲਸ ਅਬਾਊਟ ਦ ਰੇਸ਼ੀਓਜ਼ ਓਨਲੀ। ਨੈਕਸਟ, ਕੈਲਕੂਲੇਸ਼ਨ ਆਫ ਮੋਲੀਕੂਲਰ ਫਾਰਮੂਲਾ। ਕੈਲਕੂਲੇਸ਼ਨ ਆਫ ਮੋਲੀਕੂਲਰ ਫਾਰਮੂਲਾ। ਠੀਕ ਹੈ, ਮੋਲੀਕੂਲਰ ਫਾਰਮੂਲਾ ਦੀ ਕੈਲਕੂਲੇਸ਼ਨ ਆ ਹੁਣ ਆਪਣੇ ਕੋਲ। ਮੋਲੀਕੂਲਰ ਫਾਰਮੂਲਾ ਦੀ ਕੈਲਕੂਲੇਸ਼ਨ ਲਈ ਸਟੈਪ 1, ਕੈਲਕੂਲੇਟ empirical formula mass। empirical formula mass ਤੁਸੀਂ ਫਾਈਂਡ ਕਰਨਾ, ਸੇਮ ਐਜ਼ ਜਿਵੇਂ ਮੋਲੀਕੂਲਰ ਮਾਸ ਫਾਈਂਡ ਕੀਤੇ ਆਪਾਂ। empirical formula mass ਕਿਵੇਂ ਆਊਗਾ, ਇਸ empirical ਫਾਰਮੂਲੇ ਤੋਂ। ਕਾਰਬਨ ਦੇ ਨਾਲ ਕਿੰਨਾ, 4 into atomic mass of ਕਾਰਬਨ, ਨੈਕਸਟ ਐਲੀਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਪਲੱਸ 3 into atomic mass of ਹਾਈਡਰੋਜਨ, ਦੈਨ ਪਲੱਸ 2 into atomic mass of ਆਕਸੀਜਨ,
4 into 12 plus 3 into 1 plus 2 into 16, 48 plus 3 plus 32, it becomes out to be 83. 83 ਕੀ ਆ ਗਿਆ ਤੁਹਾਡੇ ਕੋਲੇ ਐਮਪੀਰੀਕਲ ਫਾਰਮੂਲਾ ਮਾਸ। ਫਸਟ ਸਟੈਪ ਇਹੀ ਹੈ ਕਿ ਤੁਸੀਂ ਐਮਪੀਰੀਕਲ ਫਾਰਮੂਲਾ ਤੋਂ ਇਹ ਚੀਜ਼ ਫਾਈਂਡ ਕਰੋ। ਕਲੀਅਰ। ਸਟੈਪ 2 ਮੋਲੀਕੂਲਰ ਮਾਸ ਅਦਰਵਾਈਜ਼ ਤਾਂ ਗਿਵਨ ਹੀ ਹੁੰਦਾ ਹੈ ਨਾ, ਨਹੀਂ ਗਿਵਨ ਆ ਤਾਂ ਵੇਪਰ ਡੈਂਸਿਟੀ ਇਜ਼ 83 and it comes out to be 166. ਸੈਕਿੰਡ ਸਟੈਪ ਵੈਸੇ ਫਾਈਂਡ ਕਰਨਾ ਹੁੰਦਾ n is molecular mass divided by empirical formula mass, ਜਿਹੜੇ ਆਪਾਂ ਇਹ ਕੈਲਕੂਲੇਟ ਕੀਤੇ ਆ ਦੋਨੋਂ। ਵੱਡਾ ਇਹਦੇ 'ਚ ਉੱਪਰ ਆਊਗਾ, ਜੇ ਨਹੀਂ ਯਾਦ ਰਹਿਣਾ ਉੱਪਰ ਕੀ ਚੀਜ਼ ਆਊਗੀ ਤਾਂ ਬਿਗਰ ਵਨ ਵੁੱਡ ਬੀ ਅਬਵ ਸਾਈਡ। 16683 ਇਟ ਕਮਸ ਆਊਟ ਟੂ ਬੀ 2। ਅਗਰ ਇਹ ਵੀ ਇੰਟੀਜਰ ਨਹੀਂ ਆਉਂਦਾ ਤਾਂ ਇਹਨੂੰ ਵੀ ਤੁਸੀਂ ਬਣਾਉਣਾ ਹੁੰਦਾ ਹੈ, ਅਗਰ ਇਹ ਪੁਆਇੰਟਾਂ 'ਚ ਨਹੀਂ ਲਿਖਣਾ, ਠੀਕ ਹੈ। ਯੂ ਹੈਵ ਟੂ ਮੇਕ ਇਟ ਅਪ ਟੂ ਦਾ ਹੋਲ ਨੰਬਰ, ਨੀਅਰ ਬਾਈ ਹੋਲ ਨੰਬਰ। ਤਾਂ n ਵੁੱਡ ਬੀ 9 equals to 2. Then step third, molecular formula equal to n into empirical formula, where n is 2 and empirical formula is C4H3O2. ਇਹਨੂੰ ਮਲਟੀਪਲਾਈ ਕਰਕੇ ਕਿੰਨਾ ਆ ਗਿਆ, C ਨੂੰ 2 ਨਾਲ ਮਲਟੀਪਲਾਈ ਕੀਤਾ C8H6O4 and this is the required compound. This is the answer, molecular formula. Clear? So and our next topic is mole fraction and normality. Concentrations of solutions. ਕਿ ਆਪਾਂ ਸੋਲਿਊਸ਼ਨਸ ਦੀਆਂ ਕੰਸਨਟ੍ਰੇਸ਼ਨਸ ਨੂੰ ਕਿੱਦਾਂ ਕਰ ਸਕਦੇ ਹਾਂ, ਠੀਕ ਹੈ, ਐਕਸਪ੍ਰੈਸ ਕਰ ਸਕਦੇ ਹਾਂ। ਤਾਂ ਸੋਲਿਊਸ਼ਨ ਦੀਆਂ ਕੰਸਨਟ੍ਰੇਸ਼ਨਸ ਨੂੰ ਐਕਸਪ੍ਰੈਸ ਕਰਨ ਲਈ ਆਪਣੇ ਕੋਲੇ ਟਰਮਸ ਹੈਗੀਆਂ molality that I have made videos over this. Only 2 were left, normality and mole fraction, ठीक है। normality and mole fraction were left. So let's start with the mole fraction term. Mole fraction is represented by x. It is represented by small caps ਦੇ ਵਿੱਚ x ਹੈ, ਠੀਕ ਹੈ। ਉੱਥੋਂ ਆਪਾਂ ਰਿਪਰੈਜ਼ੈਂਟ ਕਰਦੇ ਹਾਂ ਇਹਨੂੰ, then x ਨਾਲ ਰਿਪਰੈਜ਼ੈਂਟ ਕਰਦੇ ਹਾਂ and its definition is कि it is the ratio of number of moles of component to the total number of moles of solution, because we are knowing solution is made up of solute and solvent and these are known as its components, ठीक है। यही ਇਹਦੇ components ਹੁੰਦੇ solute and solvent. Solute is present in the less quantity, solvent is present in the larger quantity, ठीक है। ਤਾਂ ਇਹ ਹੁਣ ਆ ਗਿਆ ਆਪਣੇ ਕੋਲੇ the ratio of number of moles of component to the total number. ਹੁਣ ratio means ਕੀ ਹੁੰਦਾ, ਡਿਵਾਈਡ ਕਰਨਾ, ਤਾਂ x ਨਾਲ ਇਹਨੂੰ ਆਪਾਂ ਰਿਪਰੈਜ਼ੈਂਟ ਕਰਦੇ ਹਾਂ। ਤਾਂ it is ਹੁਣ for let it be ਕਿ ਆਪਣੇ ਕੋਲ we are having a solution which is having 2 components A and B, ਜਿਹਦੇ 'ਚ 2 ਕੰਪੋਨੈਂਟ ਨੇ A ਤੇ B ਨੇ, ਠੀਕ ਹੈ। ਸੋਲਿਊਸ਼ਨ ਦੇ ਕੰਪੋਨੈਂਟਸ ਨੇ ਇਹ A and B ਤੇ ਇਹਦੇ ਤੁਸੀਂ ਮੋਲ ਫ੍ਰੈਕਸ਼ਨ ਫਾਈਂਡ ਕਰਨਾ ਹੈ। ਜਦੋਂ ਤੁਸੀਂ ਇਹਦਾ ਮੋਲ ਫ੍ਰੈਕਸ਼ਨ ਫਾਈਂਡ ਕਰਨਾ ਹੈ ਤਾਂ you need to, if you are going to find mole fraction of A, it would be represented as XA,
ਐਕਸ ਏ ਦੇ ਨਾਲ ਰਿਪਰੈਜ਼ੈਂਟ ਹੋਏਗਾ ਇਹ। ਠੀਕ ਹੈ, ਜਦੋਂ ਇਹ ਐਕਸ ਏ ਦੇ ਨਾਲ ਰਿਪਰੈਜ਼ੈਂਟ ਹੋਏਗਾ ਤਾਂ ਇਹਦੇ ਫਾਰਮੂਲਾ ਕੀ ਬਣੇਗਾ ਕਿ ਜਿਹਦਾ ਤੁਸੀਂ ਮੋਲ ਫ੍ਰੈਕਸ਼ਨ ਫਾਈਂਡ ਕਰਨਾ ਹੈ ਉਹਦੇ ਹੀ ਨੰਬਰ ਆਫ ਮੋਲਸ ਉੱਪਰ ਆਉਣਗੇ। ਐਨ ਏ ਰਿਪਰੈਜ਼ੈਂਟ ਨੰਬਰ ਆਫ ਮੋਲਸ ਤੇ ਐਨ ਏ ਨੰਬਰ ਆਫ ਮੋਲਸ ਆਫ ਏ। ਐਕਸ ਰਿਪਰੈਜ਼ੈਂਟ ਮੋਲ ਫ੍ਰੈਕਸ਼ਨ, ਐਕਸ ਏ ਮੋਲ ਫ੍ਰੈਕਸ਼ਨ ਆਫ ਏ ਡਿਵਾਈਡਡ ਬਾਈ ਟੋਟਲ ਨੰਬਰ ਆਫ ਮੋਲਸ ਆਫ ਸੋਲਿਊਸ਼ਨ। ਸੋਲਿਊਸ਼ਨ ਹੁਣ ਕਿਹਦਾ ਬਣਿਆ, ਏ ਤੇ ਬੀ ਦਾ, ਤਾਂ ਨੰਬਰ ਆਫ ਮੋਲਸ ਏ ਪਲਸ ਨੰਬਰ ਆਫ ਮੋਲਸ ਆਫ ਬੀ gives you the number of moles of the solution Na plus Nb. Similarly Xb would be Nb, ਜਿਹੜੀ ਚੀਜ਼ ਇੱਥੇ ਹੋਗੀ ਉਹ ਇੱਥੇ ਹੋਣਗੀ। ਜਿਹਦਾ ਤੁਸੀਂ ਮੋਲ ਫ੍ਰੈਕਸ਼ਨ you want to find that quantity's number of moles would be there, Na plus Nb. Okay, Na plus Nb number of moles of solution if it is having two components, and let the solution having A, B ਤੇ C, 3 component, then XA would be Na divided by total Nb plus Nc, XB Nb Na plus Nb plus Nc, XC Nc Na Nb Nc. Clear? Now add x for this in which having two components, add xa plus xb. Na divided by Na plus Nb, Nb LCM कितना आ गया, Na plus Nb because denominator same है, ਉੱਪਰ ਨਿਊਮਰੇਟਰ ਵੀ Na plus Nb equal to 1। ਮੀਨਸ ਜਿੰਨੇ ਵੀ ਤੁਹਾਡੇ ਕੋਲੇ ਕੰਪੋਨੈਂਟ ਹੋਣ ਸੋਲਿਊਸ਼ਨ ਦੇ ਵਿੱਚ 1 2, ਜੇ ਤੁਸੀਂ ਇਹਦੇ ਇਸ ਕੇਸ ਦੇ ਵਿੱਚ ਦੇਖੋਗੇ ਨਾ XA plus XB plus XC ਕਰਕੇ ਉਹ ਵੀ ਕਿੰਨਾ ਆਊਗਾ, 1 ਆਊਗਾ। ਮੀਨਸ ਟੋਟਲ ਮੋਲ ਫ੍ਰੈਕਸ਼ਨ ਆਫ ਦਾ ਸੋਲਿਊਸ਼ਨ ਇਜ਼ 1, ਆਲਵੇਜ਼ 1। ਠੀਕ ਹੈ, ਤਾਂ ਹਮੇਸ਼ਾ ਕੀ ਆਉਂਦਾ ਤੁਹਾਡੇ ਕੋਲ ਉਹ 1 ਆਉਂਦਾ, ਚਾਹੇ ਇੱਕ ਕੰਪੋਨੈਂਟ ਲੈ ਲਓ, ਚਾਹੇ 2 ਲੈ ਲਓ, ਚਾਹੇ 3 ਲੈ ਲਓ, ਚਾਹੇ 4 ਲੈ ਲਓ, ਜਿੰਨੇ ਵੀ ਲੈ ਲਓ। ਹੁਣ ਆਪਾਂ ਇਹਦੇ ਨਾਲ ਦਾ ਇੱਕ ਨੂਮੈਰੀਕਲ ਕਰ ਲੈਂਦੇ ਹਾਂ ਮੋਲ ਫ੍ਰੈਕਸ਼ਨਸ ਫਾਈਂਡ ਕਰਨ ਦਾ। ਤੇ ਮੋਲ ਫ੍ਰੈਕਸ਼ਨ ਇਜ਼ ਇੰਡੀਪੈਂਡੈਂਟ ਟੂ ਦਾ ਟੈਂਪਰੇਚਰ, ਟੈਂਪਰੇਚਰ ਤੇ ਇੰਡੀਪੈਂਡੈਂਟ ਨਹੀਂ ਹੈਗਾ। ਠੀਕ ਹੈ, ਸੈਕਿੰਡ ਯੂਨਿਟ ਲੈਸ ਕੁਆਂਟਿਟੀ ਹੈ, ਡਾਇਮੈਂਸ਼ਨਲ ਲੈਸ ਹੈ, ਇਹਦੇ ਕੋਈ ਯੂਨਿਟ ਨਹੀਂ ਹੁੰਦੇ ਬਿਕੋਜ਼ ਉੱਪਰ ਵੀ ਨੰਬਰ ਆਫ ਮੋਲਸ ਆ, ਨੀਚੇ ਵੀ ਨੰਬਰ ਆਫ ਮੋਲਸ ਆ, ਦੋਨਾਂ ਦੀ ਯੂਨਿਟ ਕੈਂਸਲ ਹੋ ਜਾਣਗੇ। Clear? Then a solution is prepared by adding 60 gram of methyl alcohol to 120 gram of water. Calculate the mole fraction of methyl alcohol and water. ਹੁਣ ਦੇਖੋ ਇਹਨੂੰ ਧਿਆਨ ਨਾਲ ਸਮਝੋ ਸਟੇਟਮੈਂਟ ਨੂੰ, ਕੀ ਕਹਿ ਰਹੇ ਆ ਉਹ ਕਿ ਇੱਕ ਸੋਲਿਊਸ਼ਨ ਹੈ ਜਿਹੜਾ ਪ੍ਰਪੇਅਰ ਕੀਤਾ ਬਾਈ ਐਡਿੰਗ 60 ਗ੍ਰਾਮ ਆਫ ਮਿਥਾਈਲ ਅਲਕੋਹਲ ਟੂ 120 ਗ੍ਰਾਮ ਆਫ ਵਾਟਰ। ਹੁਣ ਤੁਹਾਨੂੰ ਕੁਆਂਟਿਟੀ ਤੋਂ ਹੀ ਗੈਸ ਹੋ ਗਿਆ ਨਾ, ਇਹ ਕੁਆਂਟਿਟੀ ਜ਼ਿਆਦਾ ਤਾਂ ਇਟ ਇਜ਼ ਸੋਲਵੈਂਟ, ਦਿਸ ਵਨ ਇਜ਼ ਲੈਸ ਤਾਂ ਇਟ ਇਜ਼ ਸੋਲਿਊਟ। ਕੈਲਕੂਲੇਟ ਦਾ ਮੋਲ ਫ੍ਰੈਕਸ਼ਨ ਆਫ ਮਿਥਾਈਲ ਅਲਕੋਹਲ ਐਂਡ ਵਾਟਰ। ਮਿਥਾਈਲ ਅਲਕੋਹਲ ਤੇ ਵਾਟਰ ਦੀ ਤੁਸੀਂ ਕੀ ਫਾਈਂਡ ਕਰਨੀ ਹੈਗੇ ਆ, ਮੋਲ ਫ੍ਰੈਕਸ਼ਨ ਫਾਈਂਡ ਕਰਨੇ ਆ। ਤਾਂ ਹੁਣ ਆਪਾਂ ਨੂੰ ਪਤਾ ਹੈ ਮਿਥਾਈਲ ਅਲਕੋਹਲ ਦਾ ਫਾਰਮੂਲਾ ਕੀ ਹੁੰਦਾ, CH3OH। ਠੀਕ ਹੈ, ਤਾਂ ਮੋਲ ਫ੍ਰੈਕਸ਼ਨ ਜੇ ਹੁਣ ਆਪਾਂ ਪਹਿਲਾਂ ਫਾਰਮੂਲਾ ਲਿਖ ਲਈਏ ਕਿਉਂਕਿ ਫਿਰ ਹੀ ਆਪਾਂ ਨੂੰ ਪਤਾ ਲੱਗੂ ਬਟ ਵੀ ਆਰ ਗੋਇੰਗ ਟੂ ਕੈਲਕੂਲੇਟ ਫॉर द कैलकुलेशन ऑफ मोल फ्रैक्शन ऑफ मिथाइल अल्कोहल। जे इत्थे मिथाइल अल्कोहल आ तो उपर नंबर ऑफ मोल्स भी किहदे होणगे, मिथाइल अल्कोहल दे, डिवाइडेड बाय नंबर ऑफ मोल्स ऑफ सोल्यूशन मीन सोल्यूशन दे विच मिथाइल अल्कोहल ते की ने
ਵਾਟਰ ਨੇ। ਦੂਸਰਾ ਆਪਾਂ ਅਗਰ ਵਾਟਰ ਦਾ ਫਾਈਂਡ ਕਰਨਾ ਤੁਸੀਂ ਫਾਰਮੂਲੇ ਨਾਲ ਵੀ ਕਰ ਸਕਦੇ ਹੋ, ਅਦਰਵਾਈਜ਼ 1 ਮਾਈਨਸ ਕਰਕੇ ਵੀ ਕਰ ਸਕਦੇ ਹੋ, ਕਿਉਂਕਿ ਦੋਨਾਂ ਦਾ ਟੋਟਲ 1 ਹੁੰਦਾ। ਤਾਂ 1 ਮਾਈਨਸ CH3OH ਇਸ ਤਰੀਕੇ ਨਾਲ ਵੀ ਫਾਈਂਡ ਕਰ ਸਕਦੇ ਹੋ। ਠੀਕ ਹੈ, ਹੁਣ ਨੰਬਰ ਆਫ ਮੋਲਸ ਦਾ ਫਾਰਮੂਲਾ ਕੀ ਹੁੰਦਾ? ਇਹ ਆਪਾਂ ਮੋਲ ਕਨਸੈਪਟ 'ਚ ਪੜ੍ਹਿਆ। ਗਿਵਨ ਮਾਸ ਡਿਵਾਈਡਡ ਬਾਈ ਮੋਲੀਕਿਊਲਰ ਮਾਸ। ਗਿਵਨ ਮਾਸ ਜਿਹੜਾ ਤੁਹਾਨੂੰ ਕੁਐਸਚਨ 'ਚ ਗਿਵਨ ਆ, ਜਿਹੜੇ ਆ ਗਿਵਨ ਆ 60 ਤੇ 120। ਹੁਣ ਨੰਬਰ ਆਫ ਮੋਲਸ ਆਫ ਮਿਥੇਨੋਲ ਜਾਂ ਮਿਥਾਈਲ ਅਲਕੋਹਲ, ਤੇ ਇੱਥੇ ਆ ਜਾਊਗਾ ਗਿਵਨ ਮਾਸ ਆਫ ਮਿਥਾਈਲ ਅਲਕੋਹਲ ਡਿਵਾਈਡਡ ਬਾਈ ਮੋਲੀਕਿਊਲਰ ਮਾਸ ਆਫ ਮਿਥਾਈਲ ਅਲਕੋਹਲ। ਨਾਓ ਗਿਵਨ ਮਾਸ ਆਫ methyl alcohol is 60 gram. Molecular mass is 32. ठीक है, तो put these values in this equation. You will get the number of moles 60 given mass 60 है divided by 32 1.875. These are the number of moles. ठीक है, then number of moles of H2O, number of moles, क्योंकि ਆਪਾਂ ਨੂੰ ਇਹਨਾਂ ਚੀਜ਼ਾਂ ਦੀਆਂ ਵੈਲਿਊਜ਼ ਚਾਹੀਦੀਆਂ, ਇਹਦੀਆਂ ਦੋ ਚੀਜ਼ਾਂ ਦੀਆਂ, ਤਾਂ that we are going to calculate here. NH2 given mass of water divided by given mass of molecular mass of H2O. Given mass is 120 gram, that is given in the question, and molecular mass is 18 gram. ठीक है, 18 you can say, not. Then NH2 is 120 by 18 and it would be 6.667. Put these values in this equation in the formula. The X of CH3OH किन्ने होंगे 1.875, 1.875 plus 6.667, इनू सारे नू सॉल्व करोगे, you will get the number of moles. Number of moles would be 0.220. इस फॉर्मूला च पुट कर दिओ, नंबर ऑफ मोल्स तुहाडे कोल आ जाणगे वाटर दे 1 माइनस 0.20 870 number of mole fraction of methanol, mole fraction of water. Clear? Next term is normality. It is represented by N. It is represented by N. ठीक है, N नाल इनू आप रिप्रेजेंट कर रहे हैं. Its definition is, it is the ratio of number of gram equivalents, divided by volume of the solution into 1000 in liters. कि number of gram equivalents dissolved in 1 liter of the solution. This is number of gram equivalents dissolved in 1 liter of the solution. 1 ਲੀਟਰ ਸੋਲਿਊਸ਼ਨ ਹੈ, ਉਹਦੇ ਵਿੱਚ ਕਿੰਨੇ ਨੰਬਰ ਆਫ ਗ੍ਰਾਮ ਇਕੁਈਵੈਲੈਂਟਸ ਹੈਗੇ ਆ ਸਲਿਊਟ ਦੇ, ਇਕੁਈਵੈਲੈਂਟਸ ਆਫ ਸਲਿਊਟ ਦੇ ਕਿੰਨੇ ਗ੍ਰਾਮ ਇਕੁਈਵੈਲੈਂਟਸ 1 ਲੀਟਰ ਸੋਲਿਊਸ਼ਨ ਦੇ ਵਿੱਚ ਪ੍ਰੈਜ਼ੈਂਟ ਆ, ਉਹਨੂੰ ਕਹਿੰਦੇ ਆਪਾਂ ਨਾਰਮੈਲਿਟੀ. ਐਂਡ ਇਟਸ ਯੂਨਿਟਸ ਆਰ, and solution volume of the solution should be in liters. If it is not, then multiply by 1000. ठीक है, उन्होंने कन्वर्ट करना है तुसी लीटर्स दे विच ही. And units are gram equivalent per liter.
ਇਹਦੇ ਗ੍ਰਾਮ ਇਕੁਇਵਲੈਂਟ ਆ ਗਏ, ਵੋਲਿਊਮ ਦੇ ਲੀਟਰ ਆ ਗਏ, ਤਾਂ ਯੂਨਿਟਸ ਆ ਗਏ ਇਹਦੇ। ਹੁਣ ਤੁਸੀਂ ਨੰਬਰ ਆਫ ਗ੍ਰਾਮ ਇਕੁਇਵਲੈਂਟਸ ਕਿਵੇਂ ਫਾਈਂਡ ਕਰਨੇ ਆ? ਇਸ ਤਰੀਕੇ ਨਾਲ, number of gram equivalent of solute is given mass of solute, ਜਿੱਦਾਂ ਆਪਾਂ number of moles find ਕਰਦੇ ਹਾਂ, given mass of solute divided by equivalent mass, divided by equivalent mass, then equivalent mass ਆਪਾਂ ਕਿਵੇਂ find ਕਰਦੇ ਹਾਂ? molecular mass divided by acidity or basicity. Acidity is for base, basicity is for acids. Base ਵਿੱਚ ਕੀ ਹੁੰਦਾ ਆਪਣੇ ਕੋਲੇ OH negative ions. Basicity is acidity is number of OH negative ions. For example NaOH ਹੈ ਤੇ ਇਹਦੇ 'ਚ OH ions ਕਿੰਨੇ ਨੇ? 1 ਹੈ ਤੇ ਇਹਦੀ ਬੇਸਿਸਿਟੀ ਕਿੰਨੀ ਹੋ ਗਈ? 1। ਕੈਲਸ਼ੀਅਮ ਹਾਈਡਰੋਕਸਾਈਡ 'ਚ OH ਨੈਗੇਟਿਵ ਆਇਨਸ ਕਿੰਨੇ? 2 ਤੇ ਇਹਦੀ ਬੇਸਿਸਿਟੀ ਕਿੰਨੀ ਹੋ ਗਈ? ਐਸਿਡਿਟੀ ਕਿੰਨੀ ਹੋ ਗਈ? 2 ਹੋ ਗਈ। ਬੇਸਿਸਿਟੀ ਫॉर ਐਸਿਡਸ ਮੀਨਸ ਇਟ ਇਜ਼ ਦ ਨੰਬਰ ਆਫ H ਪੋਜ਼ਿਟਿਵ ਆਇਨਸ। HCl ਦੇ ਵਿੱਚ ਕਿੰਨੇ ਆ? H ਪੋਜ਼ਿਟਿਵ ਹੈ ਤਾਂ 1 ਹੋ ਗਈ। H2SO4 ਨੇ ਆਇਨਾਈਜ਼ੇਬਲ ਹਾਈਡਰੋਜਨ 2 ਨੇ ਤਾਂ ਇਹਦੀ ਬੇਸਿਸਿਟੀ 2 ਹੋ ਗਈ। ਤਾਂ ਤੁਸੀਂ ਇਸ ਤਰ੍ਹਾਂ ਨਾਲ ਜਿਹੜੀ ਹੈਗੀ ਬੇਸਿਸਿਟੀ ਉਹ ਫਾਈਂਡ ਕਰਨੀ ਹੈ। ਬੇਸਿਸਿਟੀ ਫਾਈਂਡ ਕਰਨ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਉਹਨੂੰ ਡਿਵਾਈਡ ਕਰਨਾ ਉਹਦੇ ਮੋਲੀਕੂਲਰ ਮਾਸ ਨਾਲ, ਉਹ ਤੁਹਾਨੂੰ ਇਕੁਇਵਲੈਂਟ ਮਾਸ ਮਿਲ ਜਾਏਗਾ। ਇਕੁਇਵਲੈਂਟ ਮਾਸ ਮਿਲਣ ਤੋਂ ਬਾਅਦ ਤੁਸੀਂ ਗਿਵਨ ਮਾਸ ਹੋਊਗਾ ਜਿਹੜਾ ਕੁਐਸਚਨ ਦੇ ਵਿੱਚ ਉਹਦੇ ਨਾਲ ਡਿਵਾਈਡ ਕਰ ਦੇਣਾ, in number of gram equivalents ਆ ਜਾਣਗੇ, ਉਹਨੂੰ ਇੱਥੇ ਪੁੱਟ ਕਰਨਾ ਹੈ। ਯੂ ਵਿਲ ਗੈਟ ਦਾ ਨੋਰਮੈਲਿਟੀ। ਮੀਨਸ ਨੋਰਮੈਲਿਟੀ ਦੇ ਵਿੱਚ ਤੁਹਾਡੇ ਕੋਲੇ ਸਿੰਪਲ ਤੋਂ ਸਿੰਪਲ ਨੂਮੈਰੀਕਲ ਦੇ ਤੁਹਾਡੇ ਕੋਲੇ ਕਿੰਨੇ ਸਟੈਪ ਹੋਣਗੇ? 3 ਸਟੈਪ ਵੁੱਡ ਬੀ ਦੇਅਰ। ਹਾਊ ਮੈਨੀ ਸਟੈਪਸ ਵੁੱਡ ਬੀ ਦੇਅਰ? 3 ਸਟੈਪਸ ਵੁੱਡ ਬੀ ਦੇਅਰ ਐਂਡ ਇਟ ਇਜ਼ ਟੈਂਪਰੇਚਰ ਡਿਪੈਂਡੈਂਟ। ਕਿਉਂ ਡਿਪੈਂਡੈਂਟ ਹੈ? ਕਿ ਬਿਕੋਜ਼ ਇਟ ਇਨਕਲੂਡਸ ਅ ਵੋਲਿਊਮ, ਅਤੇ ਵੋਲਿਊਮ ਟੈਂਪਰੇਚਰ ਨੂੰ ਅਫੈਕਟ ਕਰਦਾ ਹੈ, ਜਾਂ ਕਹਿ ਲਈਏ ਟੈਂਪਰੇਚਰ ਵੋਲਿਊਮ ਨੂੰ ਅਫੈਕਟ ਕਰਦਾ ਹੈ। ਠੀਕ ਹੈ, ਜਦੋਂ ਇਹਨੂੰ ਅਫੈਕਟ ਕਰੇਗਾ ਦੈਟ ਮੀਨਸ ਕੀ ਹੈ ਕਿ ਇਹ ਨੋਰਮੈਲਿਟੀ ਨੂੰ ਵੀ ਅਫੈਕਟ ਕਰੇਗਾ। ਦਿਸ ਇਜ਼ ਆਲ ਅਬਾਊਟ ਦਾ ਟੋਪਿਕ ਨੋਰਮੈਲਿਟੀ।